ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਆਰੀ ਸਾਧ ਸੰਗਤ ਜੀ, ਅੱਜ ਦਾ ਜਿਹੜਾ ਟੋਪਿਕ ਉਹ ਆ ਕਿ ਅਸੀਂ ਬਾਣੀ ਦੀਆਂ ਤੁਕਾਂ ਨੂੰ ਕਿੱਦਾਂ ਕਮਾਈਏ। ਬਹੁਤ ਸਾਰੀਆਂ ਕਥਾਵਾਂ ਵਿਚਾਰਾਂ, ਬਹੁਤ ਅਸੀਂ ਕੁਛ ਐਸਾ ਸੁਣਦੇ ਹਾਂ ਜਿੱਥੇ ਸਾਨੂੰ ਇਹ ਕਿਹਾ ਜਾਂਦਾ ਕਿ ਬਾਣੀ ਸਿਰਫ ਪੜ੍ਹਨੀ ਨਹੀਂ, ਬਾਣੀ ਰੂਹ ਪਾਉਣਾ ਹੈ, ਬਾਣੀ ਨੂੰ ਕਮਾਉਣਾ ਹੈ। ਅਤੇ ਫਿਰ ਰੂਹ ਸੋਚਦੀ ਕਮਾਉਣਾ ਕਿੱਦਾਂ ਆ। ਮੈਨੂੰ ਅਰਥ ਆ ਗਏ ਹੈ ਨਾ, ਅਰਥ ਸਮਝ ਆ ਗਏ, ਬਸ ਮੈਨੂੰ ਇੱਥੋਂ ਤੱਕ ਹੀ ਪਤਾ ਆ ਕਮਾਉਣਾ ਕਿੱਦਾਂ। ਸੋ ਇਸ ਸੰਬੰਧ ਦੇ ਵਿੱਚ ਅੱਜ ਵਿਚਾਰ ਕਰਾਂਗੇ। ਇੱਕ ਛੋਟੀ ਜਿਹੀ ਐਗਜ਼ਾਮਪਲ, ਮੰਨ ਲਓ ਕੋਈ ਐਸੀ ਸੰਗਤ ਆ ਤੁਹਾਡੇ ਨਾਲ ਜਿਹਦੇ ਨਾਲ ਤੁਸੀਂ ਰੋਜ਼ ਰੂਬਰੂ ਹੁੰਦੇ ਹੋ, ਚਾਹੇ ਫੇਸ ਟੂ ਫੇਸ, ਚਾਹੇ ਚੈਟ 'ਚ, ਕਿਸੇ ਵੀ ਤਰ੍ਹਾਂ। ਚਲੋ ਮੰਨ ਲਓ ਚੈਟ ਆ, ਅਤੇ ਜੇ ਕੋਈ ਐਸੀ ਚੈਟ ਆ ਜਿਹਨੂੰ ਡਿਲੀਟ ਕਰਨ ਦਾ ਮਨ ਨਹੀਂ ਆ, ਅਤੇ ਜੇ ਕਰਨੀ ਪੈ ਜੇ ਤਾਂ ਬਹੁਤ ਔਖਾ ਲੱਗ ਰਿਹਾ, ਕੋਈ ਹੋਰ ਰਾਹ ਲੱਭ ਰਹੀ ਹੈ ਰੂਹ ਕਿ ਨਾ ਹੀ ਕਰਨੀ ਪਵੇ, ਤਾਂ ਫਿਰ ਉੱਥੇ ਜਾਂ ਤਾਂ ਫਿਰ ਰੂਹ ਕਿਸੇ ਐਸੀ ਮਾਇਆ 'ਚ ਫਸ ਚੁੱਕੀ ਆ ਜਿੱਥੋਂ ਬਾਹਰ ਆਉਣਾ ਉਹਦੇ ਲਈ ਨਾਮੁਮਕਿਨ ਜਿਹਾ ਬਣ ਜਾਣਾ ਕੁਝ ਸਮੇਂ ਬਾਅਦ। ਉਹ ਫਿਰ ਐਸੀ ਗਹਿਰੀ ਫਸ ਚੁੱਕੀ ਆ ਕਿ ਉਹਨੂੰ ਸਮਝਣ ਦੀ ਲੋੜ ਆ। ਇੱਕ ਦਿਨ ਐਸਾ ਆਊਗਾ, ਅਰਦਾਸ ਲਈ ਵੀ ਹੱਥ ਨਹੀਂ ਜੁੜਨਗੇ ਉਹਦੇ ਤੋਂ, ਸਿਮਰਨ ਤੋਂ ਕੋਹਾਂ ਦੂਰ ਚਲੀ ਜਾਊਗੀ। ਅਤੇ ਜਾਂ ਫਿਰ ਉਹ ਚੈਟ 'ਚ ਵਾਹਿਗੁਰੂ ਵਰਸ ਰਿਹਾ, ਇਸ ਲਈ ਉਹਨੂੰ ਡਿਲੀਟ ਕਰਨ ਦਾ ਮਨ ਨਹੀਂ ਆ। ਕਰੋੜਾਂ ਸਵਾਲਾਂ ਦੇ ਜਵਾਬ ਉਹਨੂੰ ਉਸੇ 'ਚੋਂ ਮਿਲ ਜਾਂਦੇ ਆ। ਕਿਸੇ ਵੀ ਦਿਨ ਦੀ ਚੈਟ ਕੱਢ ਕੇ ਪੜ੍ਹ ਲਵੇ, ਬਸ ਇੱਦਾਂ ਲੱਗਦਾ ਕਿ ਗੁਰਦੁਆਰੇ ਹੋ ਆਏ ਹਾਂ। ਰੂਹ ਨੂੰ ਇੱਦਾਂ ਲੱਗਦਾ ਗੁਰਮਤਿ ਝਲਕ ਰਹੀ ਆ, ਕੁਛ ਵੀ ਐਸਾ ਨਹੀਂ ਆ ਜੋ ਬਾਹਰੀ ਹੋਵੇ। ਇੱਦਾਂ ਲੱਗਦਾ ਕਿ ਦੇਖਦੇ ਹਾਂ ਜਿਵੇਂ ਗੁਰੂ ਵਰਸ ਰਿਹਾ, ਜਿਵੇਂ ਸੱਚਮੁੱਚ ਕੋਈ ਰਹਿਣ ਸਵਾਈ ਅਟੈਂਡ ਕਰ ਰਹੀ ਹਾਂ, ਜਿਵੇਂ ਕਿਸੇ ਸੱਚ ਦੀ ਸੰਗਤ ਦੇ ਨਾਲ ਰੂਬਰੂ ਹੋ ਗਏ ਹਾਂ। ਇੱਥੇ ਫਿਰ ਇੱਕ ਦਿਨ ਐਸਾ ਹੋਊਗਾ ਕਿ ਰੂਹ ਨਾਮ ਦੇ ਗੱਫੇ ਛਕੂਗੀ, ਭਰਪੂਰ ਛਕੂਗੀ। ਇੱਦਾਂ ਕਿਉਂ? ਜਾਂ ਤਾਂ ਸੰਗਤ 'ਚੋਂ ਜਾਂ ਕੁਸੰਗਤ 'ਚੋਂ। ਪ੍ਰੀਤ ਤਾਂ ਇੱਕ ਆ, ਉਹ ਸਾਡੇ 'ਤੇ ਡਿਪੈਂਡ ਆ, ਅਸੀਂ ਕਿੱਥੇ ਲਾਉਣੀ ਆ। ਕਿਸੇ ਹੋਰ ਨਾਲ ਲਾ ਲਓਗੇ ਤਾਂ ਦੂਜੇ ਭਾਏ ਬਣ ਜਾਂਦਾ। ਜਿਵੇਂ ਬਾਣੀ 'ਚ ਕਿੰਨੀਆਂ ਪੰਗਤੀਆਂ ਆਈਆਂ ਕਿ ਦੂਜੇ ਭਾਏ ਬੰਦਾ ਖੁਆਰ ਹੁੰਦਾ, ਅਤੇ ਜੇ ਉਹੀ ਪ੍ਰੀਤ ਵਾਹਿਗੁਰੂ ਨਾਲ ਲੱਗ ਗਈ ਆ ਅਤੇ ਫਿਰ ਉਸੇ ਨੂੰ ਕਿਹਾ ਸਤ ਸੰਗਤ ਮਿਲੈ ਸੋ ਤਰਿਆ। ਮੇਰੇ ਮਾਧੋ ਜੀ, ਸਤ ਸੰਗਤ ਮਿਲੈ ਸੋ ਤਰਿਆ। ਕਿੰਨਿਆਂ ਸਾਲਾਂ ਤੋਂ ਅਸੀਂ ਪੜ੍ਹ ਰਹੇ ਹਾਂ ਰਹਿਰਾਸ ਸਾਹਿਬ ਦੇ ਵਿੱਚ ਕਿ ਸਤ ਸੰਗਤ ਮਿਲੈ ਸੋ ਤਰਿਆ। ਅਤੇ ਜੇ ਸਾਡੀ ਪ੍ਰੀਤ ਝੂਠ ਨਾਲ ਲੱਗੀ ਹੋਈ ਆ ਅਤੇ ਰੋਜ਼ ਅਸੀਂ ਪੜ੍ਹ ਰਹੇ ਹਾਂ ਸਤ ਸੰਗਤ ਮਿਲੈ ਸੋ ਤਰਿਆ, ਉਹਨੂੰ ਕਮਾਇਆ ਨਹੀਂ ਅਜੇ, ਬਸ ਪੜ੍ਹ ਰਹੇ ਸੀ। ਅਤੇ ਜੇ ਸੱਚ ਵਾਲੀ ਸੰਗਤ 'ਚ ਆ, ਜੇ ਨਾਮ ਵਾਲੀ ਸੰਗਤ 'ਚ ਆ, ਫਿਰ ਉਹ ਪੜ੍ਹ ਕੇ ਦੇਖੋ ਜਿਵੇਂ ਦੇ ਅਸੀਂ ਹੈਗੇ ਹਾਂ ਨਾ, ਉਵੇਂ ਦਾ ਜਦੋਂ ਅਸੀਂ ਪੜ੍ਹਦੇ ਹਾਂ ਅਤੇ ਹੋਰ ਜ਼ਿਆਦਾ ਉਸ ਤੋਂ ਆਨੰਦ ਅਤੇ ਨਾਮ
ਬੇਸ਼ੁਮਾਰ ਉਹਨੂੰ ਮਹਿਸੂਸ ਹੁੰਦਾ। ਇੱਕ ਹੁੰਦਾ ਜੋ ਅਸੀਂ ਨਹੀਂ ਹਾਂ ਪਰ ਪੜ੍ਹ ਰਹੇ ਹਾਂ, ਇਸ ਲਈ ਉਹਦਾ ਅਹਿਸਾਸ ਨਹੀਂ ਆ। ਜਿਵੇਂ ਰੂਹ ਨੂੰ ਪਛਤਾਵਾ ਹੈ ਕਿਸੇ ਗੱਲ ਦਾ, ਰੂਹ ਨੂੰ ਪਤਾ ਮੈਂ ਇੱਥੇ ਬਹੁਤ ਗਲਤ ਹਾਂ, ਮੇਰੇ ਤੋਂ ਗੁਨਾਹ ਹੋਏ ਆ। ਅਤੇ ਜਦੋਂ ਕੀਰਤਨੀਆ ਸਿੰਘ ਜਾਂ ਕੋਈ ਵੀ ਉਹਨੂੰ ਇਹ ਤੁਕ ਸੁਣਾ ਦੇਵੇ ਜਾਂ ਕਿਤੋਂ ਪੜ੍ਹ ਲਵੇ ਕਿ ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਹੀ, ਮਾਇਆ ਮੋਹ ਭਰਮ ਪੈ ਭੁੱਲੇ, ਸੁਤ ਦਾਰਾ ਸਿਉ ਪ੍ਰੀਤ ਲਗਾਈ। ਅਤੇ ਉਹਦੀਆਂ ਭੁੱਬਾਂ ਨਿਕਲ ਜਾਣਗੀਆਂ ਕਿ ਸੱਚਮੁੱਚ ਪਾਤਸ਼ਾਹ ਜੀ ਇਹ ਮੇਰੀ ਗੱਲ ਹੋ ਰਹੀ। ਉੱਥੇ ਵੀ ਉਹਨੂੰ ਪੀ ਲਿਆ ਪੰਗਤੀ ਨੂੰ, ਉਸ ਸਮੇਂ ਤਾਂ ਜ਼ਰੂਰ ਪੀ ਲਿਆ ਕਿਉਂਕਿ ਅਹਿਸਾਸ ਹੋ ਗਿਆ ਕਿ ਹਾਂ ਇਹ ਮੇਰੀ ਗੱਲ ਹੋ ਰਹੀ। ਅਤੇ ਪਿਆਰਿਓ ਅਸੀਂ ਉੱਦਾਂ ਹੀ, ਜੇ ਹੁਣ ਗੁਰੂ ਸਾਹਿਬ ਕਹਿ ਰਹੇ ਮੇਰੇ ਮਾਧੋ ਜੀ ਸਤ ਸੰਗਤ ਮਿਲੈ ਸੋ ਤਰਿਆ, ਇਹਨੂੰ ਗੁਰੂ ਦਾ ਹੁਕਮ ਸਮਝ, ਉਪਦੇਸ਼ ਸਮਝ ਕਿ ਮੇਰਾ ਗੁਰੂ ਕਹਿ ਰਿਹਾ ਹੈ ਕਿ ਜਿਹਨੂੰ ਸੱਚੀ ਸੰਗਤ ਮਿਲ ਜਾਏ ਉਹ ਤਰ ਜਾਂਦਾ। ਫਿਰ ਤੂੰ ਕਿਉਂ ਆ ਬੁਰੀ ਸੰਗਤ 'ਚ? ਇਹਨੂੰ ਕਮਾ ਲੈ, ਛੱਡ ਦੇ ਬੁਰੀ ਸੰਗਤ, ਸੱਚੀ 'ਚ ਆ ਜਾ। ਤੇਰੇ ਕਰਮ ਜਦੋਂ ਬਾਣੀ ਨਾਲ ਮੈਚ ਕਰਨ ਲੱਗ ਜਾਣਗੇ ਨਾ, ਉਦੋਂ ਨਾਮ ਦੀਆਂ ਪਹਿਲੀਆਂ ਕਣੀਆਂ ਮਹਿਸੂਸ ਕਰੂਗੀ ਰੂਹ। ਠੀਕ ਆ, ਥੋੜ੍ਹਾ ਬਹੁਤ ਔਖਿਆਈ ਜ਼ਰੂਰ ਹੋਊਗੀ ਸ਼ੁਰੂਆਤ 'ਚ, ਪਰ ਪਿਆਰਿਓ ਇਹੀ ਤਾਂ ਹੈਗਾ ਆ ਕਿ ਸਤਿਗੁਰ ਕੋਟ ਪੈਂਡ ਆਗੇ ਹੋਏ ਲੇਤ ਹੈ, ਤੂੰ ਕਦਮ 'ਤੇ ਵਧਾ, ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ। ਉਹ ਕੀ ਸੀ? ਇਹੀ ਸੀ। ਤੂੰ ਹਿੰਮਤ ਤਾਂ ਕਰ, ਸ਼ੁਰੂਆਤ ਤਾਂ ਕਰ। ਸਤਿਗੁਰ ਕੋਟ ਪੈਂਡ ਆਗੇ ਹੋਏ ਲੇਤ ਹੈ, ਤੇਰੀ ਆਪੇ ਬਾਂਹ ਫੜਨਾ ਹੋਊਗਾ। ਤੂੰ ਕਮਾਉਣਾ ਸ਼ੁਰੂ ਕਰ। ਗੁਰੂ ਕਹਿ ਰਿਹਾ ਸਤ ਸੰਗਤ ਮਿਲਿਆ ਸੋ ਤਰਿਆ, ਤੂੰ ਛੱਡ ਦੇ ਬੁਰੀ ਸੰਗਤ। ਜਿੱਥੋਂ ਤੇਰਾ ਨਿਤਨੇਮ ਢਿੱਲਾ ਹੋ ਰਿਹਾ, ਜਿੱਥੋਂ ਤੇਰੇ ਸਿਮਰਨ ਦੇ ਵਿੱਚ ਘਾਟਾ ਪੈ ਰਿਹਾ, ਜਿੱਥੇ ਤੂੰ ਆਪਣੇ ਆਪ ਦੇ ਨਾਲ ਨਜ਼ਰਾਂ ਨਹੀਂ ਮਿਲਾ ਪਾ ਰਿਹਾ, ਕਿ ਇਹੋ ਜਿਹੀ ਸਟੇਜ 'ਤੇ ਖੜ੍ਹ ਕੇ ਜੇ ਤੂੰ ਪੜ੍ਹ ਰਿਹਾ ਹੈ ਸਤ ਸੰਗਤ ਮਿਲਿਆ ਸੋ ਤਰਿਆ ਅਤੇ ਉਹਨੂੰ ਕਮਾ ਨਹੀਂ ਰਿਹਾ, ਤਾਂ ਫਿਰ ਕਿਵੇਂ ਗੁਰੂ ਸਾਹਿਬ ਖੁਸ਼ ਹੋਣਗੇ? ਸ਼ੁਰੂ ਕਰ, ਕੋਸ਼ਿਸ਼ ਕਰਦਾ ਕਰਦਾ, ਜਪਦਾ ਜਪਦਾ, ਸੰਗਤ ਕਰਦਾ ਕਰਦਾ, ਇੱਕ ਦਿਨ ਐਸਾ ਹੋਣਾ ਜੋ ਤੂੰ ਪੜ੍ਹਨਾ ਤੂੰ ਉਹਦਾ ਰੂਪ ਹੋ ਜਾਣਾ, ਕੋਈ ਫਰਕ ਹੀ ਨਹੀਂ ਰਹਿਣਾ। ਆਪਣੇ ਆਪ ਕਮਾਈਆਂ ਜਾਣੀਆਂ ਪੰਗਤੀਆਂ। ਫਿਰ ਐਸਾ ਆਨੰਦ, ਐਸੀਆਂ ਖੁਸ਼ੀਆਂ, ਬੇਪਰਵਾਹੀਆਂ, ਅਡੋਲ ਨਿਡਰ ਆਤਮਾ, ਆਜ਼ਾਦ ਆਤਮਾ, ਕਿਸੇ ਦਾ ਡਰ ਨਹੀਂ ਜਿਹਨੂੰ। ਪਾਤਸ਼ਾਹ ਉਸ ਆਨੰਦ ਦੇ ਨਾਲ ਵੀ ਰੂਬਰੂ ਕਰਾਉਣਗੇ ਜੇ ਅਸੀਂ ਇਹਨਾਂ ਪੰਗਤੀਆਂ ਨੂੰ ਕਮਾਵਾਂਗੇ। ਸੋ ਉਮੀਦ ਆ ਕਿ ਜ਼ਰੂਰ ਜਵਾਬ ਮਿਲਿਆ ਹੋਊਗਾ, ਰੂਹ ਨੇ ਕਨੈਕਟ ਕੀਤਾ ਹੋਊਗਾ ਕਿ ਕਿਵੇਂ ਪੰਗਤੀ ਨੂੰ ਕਮਾਉਣਾ। ਬਸ ਸ਼ੁਰੂ ਕਰ ਦਿਓ। ਮੇਰਾ ਗੁਰੂ ਕਹਿ ਰਿਹਾ ਕਿ ਮੈਂ ਸੱਚ ਦੀ ਸੰਗਤ 'ਚ ਰਹਿਣਾ। ਪਹਿਲਾ ਸਟੈਪ ਇਹ ਆ ਕਿ ਬੁਰੀ ਤੋਂ ਪਾਸੇ ਹੋ ਜਾਓ। ਜਦੋਂ ਤੁਸੀਂ ਬੁਰੀ ਤੋਂ ਪਾਸੇ ਹੋ ਜਾਓਗੇ ਨਾ ਕੰਪਲੀਟਲੀ, ਤੁਸੀਂ ਹੈਰਾਨ ਹੋਣਾ ਕਿ ਆਪਣੇ ਆਪ ਗੁਰਸਿੱਖੀ, ਗੁਰਮਤ ਤੁਹਾਡੇ ਇਰਦ ਗਿਰਦ ਘੁੰਮਣੀ ਸ਼ੁਰੂ ਹੋ ਜਾਣੀ। ਕਈ ਪਿਆਰੇ ਪੁੱਛਦੇ ਆ ਕਿ ਭਾਈ ਸਾਹਿਬ ਇੰਨੀਆਂ ਸੋਹਣੀਆਂ ਰੂਹਾਂ ਤੁਹਾਡੇ ਆਸ-ਪਾਸ, ਇੰਨੀ ਸੋਹਣੀ ਸੰਗਤ, ਇਹ ਕਿਵੇਂ ਹੋਇਆ? ਫਿਰ ਅਸੀਂ ਵੀ ਹੈਰਾਨ ਹੋਏ ਕਿ ਸਾਨੂੰ ਖੁਦ ਨਹੀਂ ਪਤਾ ਲੱਗਿਆ ਕਿਵੇਂ ਹੋਇਆ।
ਉੱਥੇ ਫਿਰ ਇੱਕ ਹੋਰ ਪੰਕਤੀ ਕਮਾਈ ਗਈ ਕਿ ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ। ਫਿਰ ਸੱਚਮੁੱਚ ਮਹਿਸੂਸ ਹੋਇਆ ਕਿ ਹਾਂ ਤੂੰ ਸਹੀ ਸੰਗਤ ਚੂਜ਼ ਕੀਤੀ ਅਤੇ ਇਹ ਸਭ ਉਸੇ ਦਾ ਹੀ ਫਲ ਹੈ। ਤੂੰ ਬੁਰੀ ਛੱਡ ਦਿੱਤੀ, ਸੋਹਣੀ ਆਪਣੇ ਆਪ ਆ ਗਈ। ਫਿਰ ਤੁਸੀਂ ਇੱਕ ਪੰਕਤੀ ਕਮਾਓਗੇ ਨਾ, ਉਹਦੇ ਨਾਲ ਕਈ ਅਨੇਕਾਂ ਪੰਕਤੀਆਂ ਨਾਲ ਹੀ ਕਮਾਈਆਂ ਜਾਣੀਆਂ। ਜਿਵੇਂ ਸ਼ੁਰੂਆਤ ਕਿੱਥੋਂ ਕੀਤੀ ਸੀ, ਸਤ ਸੰਗਤ ਮਿਲੇ ਸੋ ਤਰਿਆ, ਅਤੇ ਨਾਲ ਹੀ ਦੂਸਰੀ ਪੈਦਾ ਹੋ ਗਈ ਕਿ ਸਤਿਗੁਰ ਕੋਟ ਪਿੰਡ ਆਗੇ ਹੋਏ ਲੇਤ ਹੈ, ਆਪ ਹੀ ਤੇਰੀ ਸਹਾਇਤਾ ਕਰੂਗਾ ਆ ਕੇ। ਸ਼ੁਰੂ ਤਾਂ ਕਰ। ਸੋ ਪੰਕਤੀਆਂ ਨੂੰ ਇੱਦਾਂ ਕਮਾਉਣਾ, ਇੱਕ ਇੱਕ ਪੰਕਤੀ ਨੂੰ ਆਪਣਾ ਪੂਰਾ ਜੀਵਨ ਸਮਰਪਿਤ ਕਰ ਦੇਣਾ, ਪੇਂਟ ਕਰ ਦੇਣਾ, ਬਸ ਉਹੀ ਆ ਪੰਕਤੀ ਨੂੰ ਕਮਾਉਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।